हेलो फ्रेंड्स, वेलकम टू आवर पार्स कोचिंग चैनल। आज हम बिजनेस स्टडी के चैप्टर नेम बिजनेस फाइनेंस टॉपिक कैपिटल स्ट्रक्चर के बारे में डिस्कस करेंगे। कैपिटल स्ट्रक्चर होता क्या है? कैपिटल स्ट्रक्चर्स इज द प्रपोर्शंस ऑफ डेट एंड इक्विटी फंड्स यूज्ड फॉर फाइनेंसिंग द बिजनेस ऑपरेशंस। भी कैपिटल स्ट्रक्चर्स ਉਹ ਪ੍ਰਪੋਰਸ਼ਨ ਹੁੰਦਾ ਹੈ ਜੇ ਆਪਾਂ ਕਹਿ ਦਈਏ ਪੂੰਜੀ ਢਾਂਚਾ, ਜਿਹਨੂੰ ਕਹਿੰਦੇ ਆ ਪੰਜਾਬੀ ਮੀਡੀਅਮ 'ਚ ਪੂੰਜੀ ਢਾਂਚਾ। ਵੀ ਪੂੰਜੀ ਢਾਂਚਾ ਉਹ ਅਨੁਪਾਤਕ ਹੁੰਦਾ ਹੈ ਜਿਸ 'ਚ ਆਪਾਂ ਨੂੰ ਦੱਸਦਾ ਵੀ ਕਿੰਨੇ ਡੈਟ ਅਤੇ ਇਕੁਇਟੀ ਫੰਡ ਯੂਜ਼ ਕੀਤੇ ਹਨ ਕਿਸ ਵਾਸਤੇ, ਬਿਜ਼ਨਸ ਨੂੰ ਚਲਾਉਂਦੇ ਆਪਰੇਸ਼ਨਸ ਹੁੰਦਾ ਹੈ ਕੋਈ ਵੀ ਐਕਟੀਵਿਟੀ ਨੂੰ ਚਲਾਉਣ ਵਾਸਤੇ, ਫਾਈਨਾਂਸਿੰਗ ਕਰਨ ਵਾਸਤੇ ਵੀ ਕਿੰਨੇ ਆਪਾਂ ਨੇ ਡੈਟ ਅਤੇ ਇਕੁਇਟੀ ਫੰਡ ਕੀ ਕਰਨੇ ਆਪਾਂ ਨੇ ਯੂਜ਼ ਕਰਨੇ ਹੈ। ਆਫਟਰ ਡਿਟਰਮਿਨਿੰਗ ਦ ਫਾਈਨੈਂਸ਼ੀਅਲ ਰਿਕੁਆਇਰਮੈਂਟ ਦ ਨੈਕਸਟ ਡਿਸੀਜ਼ਨ ਇਜ਼ ਅਬਾਊਟ ਦ ਕੰਪੋਜੀਸ਼ਨ ਆਫ ਕੈਪੀਟਲ ਸਟਰਕਚਰ। ਜਦੋਂ ਆਪਾਂ ਨੇ ਫਾਈਨੈਂਸ਼ੀਅਲ ਰਿਕੁਆਇਰਮੈਂਟ ਡਿਟਰਮਿਨੇਟ ਕਰ ਲਏ ਵੀ ਆਪਾਂ ਨੂੰ ਪਤਾ ਵੀ ਆਪਣੇ ਬਿਜ਼ਨਸ ਨੂੰ ਕਿੰਨੇ ਪੈਸਿਆਂ ਦੀ ਜ਼ਰੂਰਤ ਹੈ, ਕਿੰਨੇ ਵਿੱਤ ਦੀ ਜ਼ਰੂਰਤ ਹੈ, ਤਾਂ ਨੈਕਸਟ ਸਟੈਪ ਆਪਣਾ ਕੀ ਹੋਊਗਾ? ਆਪਾਂ ਨੇ ਫੈਸਲਾ ਲੈਣਾ ਹੈ ਕਿਸ ਚੀਜ਼ ਦਾ ਵੀ ਆਪਣਾ ਕੈਪੀਟਲ ਸਟਰਕਚਰ ਦੀ ਬਣਾਵਟ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ, ਕਿੰਨੇ ਡੈਟ ਹੋਣੇ ਚਾਹੀਦੇ ਹੈ, ਕਿੰਨੇ ਇਕੁਇਟੀ ਹੋਣੀ ਚਾਹੀਦੀ। ਕਿਉਂਕਿ ਆਪਾਂ ਡੈਫੀਨੇਸ਼ਨ 'ਚ ਹੀ ਪੜ੍ਹਿਆ ਸੀ ਵੀ ਕੈਪੀਟਲ ਸਟਰਕਚਰ ਦਾ ਮੀਨਸ ਇਹ ਹੁੰਦੀ ਪ੍ਰਪੋਰਸ਼ਨ ਦੇਖਣਾ ਵੀ ਕਿੰਨੇ ਡੈਟ ਇਸ਼ੂ ਕਰਨੇ ਚਾਹੀਦੇ ਹੈ, ਕਿੰਨੇ ਇਕੁਇਟੀ। ਪ੍ਰਪੋਰਸ਼ਨ ਆਪਾਂ ਰੇਸ਼ੋ ਵੀ ਕਹਿ ਸਕਦੇ ਹਾਂ ਵੀ ਤਾਂ ਜੋ ਆਪਾਂ ਕਿ ਬਿਜ਼ਨਸ ਆਪਰੇਸ਼ਨ ਨੂੰ ਕੀ ਕਰ ਸਕੀਏ, ਚਲਾ ਸਕੀਏ। ਕਿਉਂਕਿ ਆਪਾਂ ਨੂੰ ਪਤਾ ਬਿਜ਼ਨਸ ਆਪਰੇਸ਼ਨ ਚਲਾਉਣ ਲਈ ਕੀ ਹੈ, ਫਾਈਨਾਂਸਿੰਗ ਦੀ ਜ਼ਰੂਰਤ ਹੈ। ਉਹ ਫਾਈਨਾਂਸ ਕਿੱਥੋਂ ਆਊਗਾ? ਡੈਟ ਅਤੇ ਇਕੁਇਟੀ ਨੂੰ ਇਸ਼ੂ ਕਰਕੇ ਆਊਗਾ। ਉਹ ਆਪਣੇ ਪ੍ਰਪੋਰਸ਼ਨ ਤੈਅ ਕਰਨਾ ਹੈ। ਜਦੋਂ ਆਪਣੇ ਫਾਈਨੈਂਸ਼ੀਅਲ ਰਿਕੁਆਇਰਮੈਂਟ ਡਿਟਰਮਿਨੇਟ ਕਰ ਲਈ ਤਾਂ ਨੈਕਸਟ ਡਿਸੀਜ਼ਨ ਆਪਣੇ ਦੇਖਣਾ ਹੈ ਵੀ ਕੈਪੀਟਲ ਸਟਰਕਚਰ ਕੰਪੋਜੀਸ਼ਨ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ। ਇਟ ਇਨਵੋਲਵ ਏ ਡਿਸੀਜ਼ਨ ਅਬਾਊਟ ਹਾਊ ਮੱਚ ਫੰਡ ਟੂ ਬੀ ਰੇਜ਼ਡ ਫਰੋਮ ਵਿਚ ਸੋਰਸਿਸ। ਕਹਿੰਦੇ ਇਹਦੇ ਵਿੱਚ ਕੀ ਇਨਵੋਲਵ ਕਰਦਾ? ਡਿਸੀਜ਼ਨ ਇਨਵੋਲਵ ਕਰਦਾ ਵੀ ਕਿੰਨਾ ਫੰਡ ਰੇਜ਼ ਕੀਤਾ ਜਾਵੇ, ਕਿਸ ਸੋਰਸਿਸ ਤੋਂ, ਵੀ ਡੈਟ ਤੋਂ ਕਿੰਨਾ ਫੰਡ ਰੇਜ਼ ਕੀਤਾ ਜਾਵੇ, ਇਕੁਇਟੀ ਫੰਡ ਤੋਂ ਕਿੰਨਾ ਪੈਸਾ ਰੇਜ਼ ਕੀਤਾ ਜਾਵੇ। ਤਾਂ ਕਹਿੰਦਾ ਆਪਾਂ ਨੇ ਉਹ ਦੇਖਣਾ ਹੁੰਦਾ ਵੀ ਇਹ ਆਪਣੀ ਡਿਸੀਜ਼ਨ ਲੈਣਾ ਹੁੰਦਾ ਵੀ ਕਿੰਨਾ ਫੰਡ ਰੇਜ਼ ਕੀਤਾ ਜਾਵੇ ਵਾਈਸ ਸੋਰਸਿਸ। ਸੋਰਸ ਕਿਹੜੇ? ਡੈਟ ਅਤੇ ਇਕੁਇਟੀ। ਵਾਈਸ ਸੋਰਸ ਆਫ ਫੰਡ ਮੇ ਵੀ ਕਲਾਸੀਫਾਈ ਇਨ 2 ਕੈਟਾਗਰੀਜ਼। ਵੀ ਜਿਹੜੇ ਸੋਰਸਿਸ ਹੈ ਫੰਡ ਉਹਨੂੰ ਕੀ ਆਪਾਂ ਨੇ 2 ਕੈਟਾਗਰੀ ਦੇ ਵਿੱਚ ਕੀ ਕਰਤਾ? ਵੰਡ ਕਰਤਾ। ਸਭ ਤੋਂ ਪਹਿਲਾਂ ਹੈਗਾ ਓਨਰਸ ਫੰਡ ਇਕੁਇਟੀ। ਓਨਰਸ ਫੰਡ ਇਕੁਇਟੀ ਇਹਦੇ ਵਿੱਚ ਕੀ ਕੁਛ ਹੈ? ਇਕੁਇਟੀ ਸ਼ੇਅਰ ਕੈਪੀਟਲ ਆ ਜਾਂਦਾ ਹੈ, ਪ੍ਰੈਫਰੈਂਸ ਸ਼ੇਅਰ ਕੈਪੀਟਲ ਆ ਜਾਂਦਾ, ਰਿਟੇਨ ਅਰਨਿੰਗ। ਇਕੁਇਟੀ ਦਾ ਤੁਹਾਨੂੰ ਪਤਾ ਹੀ ਹੈ ਜਿਹਨਾਂ ਨੂੰ ਪ੍ਰੋਫਿਟ ਵੀ ਐਂਡ 'ਤੇ ਮਿਲਦਾ ਅਤੇ ਜੇ ਕੰਪਨੀ ਦੀ ਲਿਕੁਇਡੇਸ਼ਨ ਹੁੰਦੀ ਹੈ ਤਾਂ ਇਹਨਾਂ ਦੀ ਜਿਹੜੀ ਪੂੰਜੀ ਦੀ ਵਾਪਸੀ ਹੁੰਦੀ ਹੈ, ਮਤਲਬ ਜਿਹਨਾਂ ਨੇ ਪੈਸਾ ਇਨਵੈਸਟ ਕੀਤਾ ਉਹ ਵੀ ਐਂਡ 'ਤੇ ਦਿੱਤਾ ਜਾਂਦਾ ਹੈ। ਪ੍ਰੈਫਰੈਂਸ ਨੂੰ ਹਰੇਕ ਚੀਜ਼ ਕੀਤੀ ਜਾਂਦੀ ਹੈ, ਪ੍ਰੈਫਰੈਂਸ ਦਿੱਤੀ, ਡਿਵੀਡੈਂਡ 'ਚ ਵੀ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਅਤੇ ਜਦੋਂ ਵੀ ਇਹਨਾਂ ਦੇ ਮਤਲਬ ਪੈਸਾ ਵਾਪਸ ਕਰਨਾ ਸਭ ਤੋਂ ਪਹਿਲਾਂ ਕੀ ਇਹਨਾਂ ਦੀ ਪੇ ਦਿੱਤੀ ਜਾਂਦੀ ਹੈ। ਰਿਟੇਨ ਅਰਨਿੰਗ ਕੀ ਹੁੰਦਾ? ਵੀ ਕੰਪਨੀ ਕੀ ਹੁੰਦਾ ਜਿਹੜਾ ਉਹਨੂੰ ਕੰਪਨੀ ਨੂੰ ਸਾਲ ਦੇ ਦੌਰਾਨ ਪ੍ਰੋਫਿਟ ਹੋਇਆ ਹੁੰਦਾ ਉਹ ਪ੍ਰੋਫਿਟ ਨੂੰ ਜਦੋਂ ਕੁਝ ਹਿੱਸਾ ਵੰਡ ਦਿੰਦੀ ਹੈ ਅਤੇ ਸ਼ੇਅਰ ਹੋਲਡਰਾਂ ਦੇ ਵਿੱਚ ਡਿਸਟਰੀਬਿਊਟ ਕਰ ਡਿਵੀਡੈਂਡ ਵਿੱਚ ਕੁਝ ਹਿੱਸਾ ਕੇ ਰੱਖ ਲੈਂਦੀ ਹੈ ਇਹਦੇ ਬਿਜ਼ਨਸ ਦੇ ਵਿੱਚ ਤਾਂ ਜੋ ਬਿਜ਼ਨਸ ਨੂੰ ਕੀਤਾ ਜਾ ਸਕੇ ਐਕਸਪੈਂਡ ਕੀਤਾ ਜਾ ਸਕੇ, ਜਾਂ ਸਾਰਾ ਸਾਰਾ ਪ੍ਰੋਫਿਟ ਰੱਖ ਲੈਂਦੀ ਹੈ ਤਾਂ ਜੋ ਬਿਜ਼ਨਸ ਦੀ ਕੀ ਹੋਰ ਐਕਟੀਵਿਟੀ ਨੂੰ ਕੀ ਕੀਤਾ ਜਾ ਸਕੇ, ਐਡ ਕੀਤਾ ਜਾ। ਉਹਨੂੰ ਕਹਿੰਦੇ ਰਿਟੇਨ ਅਰਨਿੰਗ। ਉਹਨੂੰ ਕੀ ਕਹਿੰਦੇ ਹੈ? ਰਿਟੇਨ ਅਰਨਿੰਗ। ਬੋਰੋ ਫੰਡ ਡੈਟ ਦਿਸ ਫੰਡ ਇਨਕਲੂਡ ਇਹ 'ਚ ਕੀ ਕੁਛ ਆ ਜਾਂਦੇ? ਡਿਬੈਂਚਰਸ ਆ ਜਾਂਦੇ। ਕੀ ਆ ਜਾਂਦੇ ਇਹਦੇ ਵਿੱਚ? ਡਿਬੈਂਚਰਸ ਆ ਜਾਂਦੇ ਆ, ਲੋਨਸ ਆ ਜਾਂਦੇ ਆ, ਪਬਲਿਕ ਡਿਪੋਜ਼ਿਟਸ ਆ ਜਾਂਦੇ ਆ। ਦਾ ਲੋਨ ਮੇ ਬੀ ਫਰੋਮ ਏ ਬੈਂਕ ਦਾ ਫਾਈਨੈਂਸ਼ੀਅਲ ਜਿਹੜੇ ਲੋਨ ਹੈ ਇਹ ਆਪਾਂ ਬੈਂਕ ਤੋਂ ਲੈ ਸਕਦੇ ਹਾਂ ਅਤੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ ਲੈ ਸਕਦੇ ਹਾਂ। ਅਤੇ ਕਹਿੰਦੇ ਹੁਣ ਆਪਣੇ ਕੋਲ ਕੀ ਹੈ? ਕੈਪੀਟਲ ਸਟਰਕਚਰਸ ਕੰਸਿਸਟ ਆਫ ਮਿਕਸ ਆਫ ਓਨਰ ਫੰਡਸ ਐਂਡ ਬੋਰੋ ਫੰਡਸ। ਵੀ ਜਿਹੜਾ ਕੈਪੀਟਲ ਸਟਰਕਚਰ ਹੁੰਦਾ ਹੈ ਕਿਹਦੇ ਕੰਸਿਸਟ ਹੁੰਦਾ ਹੈ? ਓਨਰਸ ਫੰਡ ਜਿਹੜਾ ਆਪਣੇ ਮਾਲਕੀ ਦਾ ਖੁਦ ਦਾ ਫੰਡ ਹੁੰਦਾ ਹੈ, ਇੱਕ ਬੋਰੋ ਫੰਡ ਜਿਹੜਾ ਆਪਾਂ ਨੇ ਬੋਰੋ ਕੀਤਾ ਹੁੰਦਾ ਹੈ। ਵੀ ਤਾਂ ਆਪਾਂ ਕਹਿ ਸਕਦੇ ਇਕੁਇਟੀ ਅਤੇ ਡੈਟ ਦਾ ਕੀ ਹੁੰਦਾ? ਇਹ ਮਿਕਸ ਹੁੰਦਾ। ਇਕੁਇਟੀ ਡੈਟ ਦਾ ਕੀ ਹੁੰਦਾ? ਮਿਕਸ ਹੁੰਦਾ। ਕਹਿੰਦਾ ਇਕੁਇਟੀ ਕਿਹਨੂੰ ਰਿਪਰੈਜ਼ੈਂਟ ਕਰਦੀ ਹੈ? ਓਨਰ ਫੰਡ ਨੂੰ। ਆਪਾਂ ਨੇ ਉੱਤੇ ਪੜ੍ਹੀ ਹੈ ਵੀ ਇਕੁਇਟੀ ਕਿਹਨੂੰ ਰਿਪਰੈਜ਼ੈਂਟ ਕਰੂਗੀ? ਓਨਰਸ ਫੰਡ ਨੂੰ। ਇਸੇ ਤਰ੍ਹਾਂ ਡੈਟ ਕਿਹਨੂੰ ਰਿਪਰੈਜ਼ੈਂਟ ਕਰਦੀ ਹੈ? ਬੋਰੋ ਫੰਡ ਨੂੰ। ਜਿਹੜਾ ਆਪਾਂ ਨੇ ਕੀ ਲੈਤਾ ਹੁੰਦਾ? ਉਧਾਰ ਲੈਤਾ ਹੁੰਦਾ। ਕਿਉਂਕਿ ਜਦੋਂ ਵੀ ਕੰਪਨੀ ਕਿਸੇ ਵੀ ਪਰਸਨ ਤੋਂ ਉਧਾਰ ਲੈਂਦੀ ਹੈ, ਲੋਨ ਦੇ ਵਿੱਚ ਪੈਸਾ ਲੈਂਦੀ ਹੈ ਤਾਂ ਕੀ ਇਸ਼ੂ ਕਰਦੀ ਹੈ? ਡੈਟ ਇਸ਼ੂ ਕਰਦੀ ਹੈ। ਕੀ ਇਸ਼ੂ ਕਰਦੀ ਹੈ? ਡੈਟ ਇਸ਼ੂ ਕਰਦੀ ਹੈ। ਨੈਕਸਟ ਪੁਆਇੰਟ 'ਚ ਕੀ ਕਿਹਾ? ਕੋਸਟ ਆਫ ਡੈਟ ਇਜ਼ ਲੋਅਰ ਦੈਨ ਦਾ ਕੋਸਟ ਆਫ ਇਕੁਇਟੀ। ਕਹਿੰਦਾ ਜਿਹੜੀ ਆਪਾਂ ਨੂੰ ਡੈਟ ਦੀ ਕੋਸਟ ਹੈ ਉਹ ਘੱਟ ਪੈਂਦੀ ਹੈ ਕਿਹਦੇ ਕੰਪੇਅਰ? ਕੋਸਟ ਆਫ ਇਕੁਇਟੀ ਦੇ ਕੰਪੇਅਰ। ਕਿਹਦੇ ਕੰਪੇਅਰ? ਕੋਸਟ ਆਫ ਇਕੁਇਟੀ ਦੇ ਕੰਪੇਅਰ। ਦਾ ਲੈਂਡਰਸ ਅਰਨ ਐਂਡ ਅਸ਼ੋਰ ਇੰਟਰਸਟ ਐਂਡ ਰੀਪੇਮੈਂਟ ਆਫ ਲੋਨ ਸੋ ਦਾ ਰਿਸਕ ਇਨਵੋਲਵਡ ਇਜ਼ ਲੈਸ। ਕਿ ਲੈਂਡਰਸ ਕੀ ਕਰਦਾ ਹੈ? ਅਰਨ ਕਰਦਾ ਹੈ ਸ਼ੋਅ ਇੰਟਰਸਟ, ਠੀਕ ਹੈ, ਐਂਡ ਰੀਪੇਮੈਂਟ ਆਫ ਲੋਨ ਕਿ ਲੋਨ ਦੀ ਕੀ ਕੀਤੀ ਜਾਂਦੀ ਆਪਾਂ ਰੀਪੇਮੈਂਟ ਕਰਦੇ ਹਾਂ। ਸੋ ਦਾ ਰਿਸਕ ਇਨਵੋਲਵ ਕੀ ਹੁੰਦਾ? ਇਹ 'ਚ ਘੱਟ ਹੁੰਦਾ। ਪਰ ਦ ਡਿਵੀਡੈਂਟ ਔਨ ਇਕੁਇਟੀ ਡਿਪੈਂਡ ਔਨ ਦਾ ਸਰਪਲਸ ਪ੍ਰੋਫਿਟ। ਜਿਹੜਾ ਆਪਾਂ ਇਕੁਇਟੀ ਸ਼ੇਅਰ ਹੋਲਡਰ ਨੂੰ ਦੇਣਾ ਹੁੰਦਾ, ਠੀਕ ਹੈ, ਉਹ ਕੀ ਹੁੰਦਾ ਆਪਣੇ ਕੋਲ? ਡਿਵੀਡੈਂਟ ਕੀ ਹੁੰਦਾ ਆਪਣੇ ਕੋਲ? ਉਹ ਆਪਣੇ ਪ੍ਰੋਫਿਟ ਸਰਪਲਸ 'ਤੇ ਡਿਪੈਂਡ ਕਰਦਾ ਵੀ ਆਪਣੇ ਕੋਲ ਸਰਪਲਸ ਪ੍ਰੋਫਿਟ ਕਿੰਨਾ ਹੈ।
द पॉलिसी ऑफ द कंपनी फॉर पेइंग इट सो दा कहंदा अपने कोल की हो सकता है जो लैंडर्स होगा वो रिक्वायर ए लो रेट ऑफ इंटरस्ट कंपेयर टू इक्विटी शेयर होल्डर्स भी जो लैंडर्स जिन्हें मतलब पैसा लेना होंदा है ठीक है ओके लो रेट ऑफ इंटरस्ट लूगा घट भी ब्याज दी दर होवे किहदे कंपेयर इक्विटी शेयर होल्डर दे कंपेयर किहदे कंपेयर इक्विटी शेयर होल्डरां दे कंपेयर फिर ही उन्होंने कॉस्ट की होगी घट होगी तो इंटरस्ट पेड ऑन डैट इज़ डिडक्टेबल एक्सपेंसिव फॉर कंपटीशन ऑफ टैक्स लाइबिलिटी कि जो आप टैक्स लाइबिलिटी कैलकुलेट करनी है तो उदों कि इंटरस्ट की होंगे लैस होंगे इंटरस्ट की होंगे लैस होंगे सपोज को कंपनी को प्रॉफिट हो जाता है ठीक है आप की करते हैं सब तो पहला कि प्रॉफिट के की है इंटरस्ट की करते हैं वो करते हैं आप करते हैं इंटरस्ट लैस करते हैं उस तो बाद की करते हैं प्रॉफिट से की भरते हैं टैक्स भरते हैं आप जिवें सपोज कंपनी को 1 लाख रुपये का प्रॉफिट हो गया ये तो पहले कंपनी ने जिन्ना इंटरस्ट पे किया होंगे वो कंपनी की करती है लैस करती है उस तो बाद जो प्रॉफिट बच जाता उत्ते की करती है कंपनी टैक्स भरती है जो प्रॉफिट वो बच जाता टैक्स भर के फिर वो प्रॉफिट की है डिविडेंड के रूप की बन जाती है कि बन जिवें सपोज करो 10% ला लो 10,000 ठीक है ये 90,000 रह गया अपने को कितना रह गया अपने को 90,000 रह गया हूँ 90,000 तो कंपनी की टैक्स पे करूगी जिन्ना भी ठीक है अपने को होगा क्योंकि तो ब्याज अपने लैस करता 1 लाख तो इन्ना सी तो अपने को की है ये सारा ब्याज कितना बनया 10,000 का बनया ठीक है 10,000 का अपन 90,000 रह गया अपने कंपनी तो 90 रुपये टैक्स भरू 30% 45% जिन्ना ही भरूगा सपोज करो 45% भरता कितना भरता अपने 45% भरता जो 45% भरूगी वो की आजू 40,500 आजू कितना आजूगा 40,500 आजूगा 40,500 चो आप जो 90,000 कढ़ावे 40,500 चो की है आप कढ़ावे 90,000 कढ़ावे तो अपने को कितना आजूगा 49,500 आजू कितना आजूगा 49,500 49,500 अपने को जो प्रॉफिट बचे है ये आप डिविडेंड के रूप की करांगे डिस्ट्रीब्यूट करांगे पहले प्रेफरेंस शेयर देवांगे फिर किन्नू देवांगे इक्विटी वालों दस कहते हैं इंटरस्ट पे डैट है जो मतलब आप डैट इंटरस्ट पे करते हैं ठीक है अपन कि टैक्स की मिल जाती है वो मिल जाता है घट भरना पैंदा है क्यों घट क्योंकि देखो अपन पता है टैक्स अपन किते भरना पैंदा है प्रॉफिट से भरना पैंदा है किते भरना पैंदा है प्रॉफिट से जो प्रॉफिट के इंटरस्ट लैस हो गया ऑटोमेटिक प्रॉफिट की हो गया घट हो गया जो प्रॉफिट घट गया तो टैक्स ऑलरेडी की है कितने थोड़ा सीधा प्रॉफिट के जो आप इंटरस्ट ना लैस करिए सीधा प्रॉफिट वाला टैक्स भरना पू हूँ तुम इतने इंटरस्ट लैस करता क्योंकि तुम की है डैट इशू किए तो थोड़ा इतने टैक्स का की मिल गया बेनीफिट मिल गया भी थोड़ा क्या टैक्स की भरना पऊगा घट भरना पऊगा ये कहते इंटरस्ट पेड ऑन डेट इज डिडक्टेबल एक्सपेंसिव फॉर कंपटीशन ऑफ टैक्स लाइबिलिटी जो टैक्स लाइबिलिटी कैलकुलेट करनी है तो इंटरस्ट की है प्रॉफिट जो लैस हो जाता है वेयर एज डिविडेंड ऑन इक्विटी पेड ऑन आफ्टर टैक्स प्रॉफिट जो आप प्रॉफिट के इंटरस्ट लैस करता जो अपने डिबेंचर होल्डर पे किया है उस तो बाद वो प्रॉफिट जो बच जाता जिवें अपने इतने 10,000 इंटरस्ट पे किया 90,000 प्रॉफिट बच गया ये मैंने क्या टैक्स के पे किया टैक्स 40,500 भर के अपने को कितना बच गया 49,500 के प्रॉफिट बच गया अज प्रॉफिट बच गया ये आप डिविडेंड की करांगे पे करांगे की पे करांगे डिविडेंड पे करें लिखा है वे डिविडेंड ऑन इक्विटी इज पेड आफ्टर टैक्स प्रॉफिट भी जो आप आफ्टर टैक्स प्रॉफिट तो बाद की आप करांगे पे करांगे कहते डेट इज मोर रिस्क टू कंपेयर प्रॉफिट कहें डेट की है ज़्यादा रिस्की पाए जाते हैं डेट की पाए जाते हैं ज़्यादा रिस्की पाए जाते हैं एज ए कंपेयर कि कंपेयर इक्विटी के कंपेयर एज ए कि कंपेयर इक्विटी के कंपेयर डेट की होंगे है ज़्यादा रिस्की होंगे कि कंपेयर टू इक्विटी के कंपेयर क्यों रिस्की होंगे है क्योंकि इंटरस्ट ऑन डेट इज लाइबिलिटी हैज़ टू बी पेड इवन देर इज ए लॉस कहता अपन पता है डेट से की है ब्याज देना ही पऊगा जद कि इक्विटी के जे कहता जे अपने को लॉस होया तो इन्होंने डिविडेंड देना जरूरी नहीं होंगे जे डिविडेंड तद दिते होंगे जे कंपनी को होंगे प्रॉफिट होंगे है इस करके डेट क्यों ज़्यादा रिस्की मन्ने कि इन्होंने सानू ब्याज देना ही पऊ चाहे कंपनी को लॉस ही क्यों ना होया होवे तो उन्होंने ब्याज पे ही करना पऊ इस करके डेट की मन्ने जाते हैं ज़्यादा रिस्की मन्ने जाते हैं इंटरस्ट ऑन डेट इज लाइबिलिटी हैज़ टू बी पेड इवन इफ देर इज ए लॉस कहता सानू कहते लॉस कहता जो भी कंपनी लॉस होगा कहता उदों भी की करना पऊगा पे करना पऊ जो तुम डेट इशू किए गए द प्रिंसीपल अमाउंट ऑफ लोन इज आल्सो टू पेड आफ्टर स्पैसिफिक पीरियड भी जो तुम एक तरह एग्रीमेंट किया कुछ भी किया जो डेट इशू करने लगे उस स्पैसिफिक पीरियड थोड़ा की करना पऊगा उस तो बाद प्रिंसीपल अमाउंट की करनी पऊगी पे करनी पऊगी डेट की लोन की और अदर हैंड डिविडेंड ऑन इक्विटी मे या मे नॉट भी पेड भी जो आप इक्विटी शेयर होल्डर डिविडेंड देना है वो आप पे कर भी सकते हैं नहीं भी कर सकते अपनी कंपनी के प्रॉफिट से डिपेंड करता है कि कंपनी के कहता अपने कंपनी के प्रॉफिट से डिपेंड करता इट कैन बी सैड है कैपिटल स्ट्रक्चर बिजनेस अफैक्ट बहुत द प्रॉफिटेबिलिटी एंड फाइनैशियल रिस्क आप ये भी कह सकते हैं भी जो कैपिटल स्ट्रक्चर बिजनेस का वो की बनता इफैक्ट पाता बहुत कि प्रॉफिटेबिलिटी से फाइनैशियल रिस्क से इसका कहते एन ऑप्टिमम कैपिटल स्ट्रक्चर्स विल बी डैट विच इंक्रीज द वैल्यू ऑफ इक्विटी शेयर भी एक कैपिटल स्ट्रक्चर की होना चाहिए वधिया होना चाहिए जिस तरह कि अपनी की है इक्विटी शेयर की वैल्यू की हो सके वध सके इक्विटी शेयर की वैल्यू की हो सके वध सके भी जिस तरह उन्होंने शेयर का मार्केट रेट भी की हो सके वध सके
सो थैंक यू फ्रेंड्स, आज का टॉपिक यहीं पर ही कंप्लीट होता है।